ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਸਤਿਨਾਮ ਵਾਹਿਗੁਰੂ ਜੀ। ਸਕਲ ਰਾਤ ਜਾਗਤ ਨਹਿ ਰਹੈ, ਮੈਥੁਨ ਬਹੁਤ ਬਾਰ ਨ ਗਹੈ। ਸਿਥਲ ਦੂਤ ਅਨਭਿਆਸੀ ਸਿਖ, ਕਾਚਾ ਸੁਕਾ ਤਿਆਗੇ ਆਮਿਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਭਗਤ ਵਛਲ, ਕਿਰਪਾ ਦੇ ਖਜ਼ਾਨੇ ਸਤਿਗੁਰੂ। ਜਾਗਤ ਜੋਤ ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ।
ਸਾਹਿਬੇ ਕਮਾਲ ਛਤਰ ਚਾਵਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗ ਹਨ ਨੌਵੇਂ ਪਾਤਸ਼ਾਹ ਧਰਮ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਲਕ ਜੰਝੂ ਦੇ ਰਾਖੇ ਸਾਹਿਬਾਂ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਸਰੀਰ ਸਵਾਸ ਆਪ ਜੀ ਸਫਲੇ ਬਣਾ ਰਹੇ ਹੋ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਗੁਰਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ ਪਰਗਾਸਾ। ਕੋਇ ਨਾ ਪਹੁੰਚਨ ਹਾਰਾ ਦੂਜਾ ਪੁਨੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ। ਘਰ ਆਨੰਦ ਹਮਾਰੈ ਸਤਿਗੁਰੂ ਦੀ ਕਿਰਪਾ ਦੁਆਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਹੋਈ। ਪੂਰੇ ਸਤਿਗੁਰੂ ਦਾ ਮਿਲਾਪ ਹੋਇਆ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਂਤਰਾਂ ਦੀ ਸੁੱਤੀ ਹੋਈ ਜੀਵਾਤਮਾ ਜਾਗ ਜਾਂਦੀ ਹੈ। ਹਿਰਦੇ ਅੰਦਰ ਸੋਝੀ ਆਉਂਦੀ ਸਤਿਗੁਰੂ ਦੀ ਕਿਰਪਾ ਦੁਆਰਾ ਮਨ ਵਿੱਚ ਪ੍ਰਕਾਸ਼ ਹੁੰਦਾ ਹੈ। ਚੇਤਨਤਾ ਪ੍ਰਾਪਤ ਹੁੰਦੀ ਸਤਿਗੁਰੂ ਦੀ ਸ਼ਰਨ ਵਿੱਚ ਆਇਆ। ਮਹਾਰਾਜਿਆਂ ਦੀ ਅਪਾਰ ਰਹਿਮਤ ਹੈ। ਕਲਗੀਧਰ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੁਭਾਏਮਾਨ ਹਨ। ਸਤਿਗੁਰੂ ਜੀ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਪਰਸਦੀਆਂ ਹਨ। ਭਾਈ ਵਿਸ਼ੰਬਰ ਦਾਸ ਜੀ ਆਪਣੇ ਪੁੱਤਰ ਭਾਈ ਹਰਗੋਪਾਲ ਆਪਣੇ ਪਰਿਵਾਰ ਨੂੰ ਨਾਲ ਲੈ ਕਰਕੇ ਭਾਈ ਧਿਆਨ ਸਿੰਘ ਜੀ ਮਾਜਰੀ ਵਾਲੇ ਤਿਨਾਂ ਦੇ ਨਾਲ ਚੱਲ ਕਰਕੇ ਸਤਿਗੁਰਾਂ ਦੀ ਸ਼ਰਨ ਵਿੱਚ ਆਏ। ਮਹਾਰਾਜਿਆਂ ਨੇ ਪਵਿੱਤਰ ਉਪਦੇਸ਼ ਤਿਨਾਂ ਦੇ ਵਰਤਾਏ। ਸਾਰੀ ਸੰਗਤ ਨੂੰ ਦੀਵਾਨ ਵਿੱਚ ਬੈਠਿਆ ਸਤਿਗੁਰਾਂ ਨੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਜਿੱਥੇ 101 ਅਰਦਾਸ ਕਰਨ ਦੀ ਜੁਗਤ ਮਹਾਰਾਜਿਆਂ ਨੇ ਦ੍ਰਿੜ ਕਰਵਾਈ, ਉੱਥੇ ਜੀਵਨ ਦੀ ਸੁਚੱਜਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਵਿੱਚ ਰਹਿਣਾ, ਪਰਮੇਸ਼ਰ ਦੇ ਭਾਣੇ ਵਿੱਚ ਰਹਿਣਾ ਔਰ ਆਪਣਾ ਮਨ ਜਿਹੜਾ ਹੈ ਉਹ ਹਮੇਸ਼ਾ ਨੀਵਾਂ ਰੱਖਣਾ। ਪਰਮੇਸ਼ਰ ਦੀ ਸ਼ਰਨ ਵਿੱਚ ਰਹਿੰਦਿਆਂ ਨਿਮਰਤਾ ਭਾਵ ਵਿੱਚ ਰਹਿੰਦਿਆਂ ਹਰ ਰੋਜ਼ ਗੁਰਸਿੱਖ ਅਰਦਾਸ ਕਰਦਾ ਗੁਰਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਮਨ ਨੀਵਾਂ ਹੋਏਗਾ, ਮਤ ਜਿਹੜੀ ਹੈ ਉੱਚੀ ਹੋਏਗੀ। ਮਤ ਤੋਂ ਭਾਵ ਹਿਰਦੇ ਅੰਦਰ ਗਿਆਨ ਸੋਝੀ ਵਿਚਾਰਾਂ ਦੀ ਜੋ ਸਾਂਝ ਹੈ। ਸ਼੍ਰੇਸ਼ਟ ਵਿਚਾਰ ਜਿਹੜੇ ਹਨ ਹਿਰਦੇ ਅੰਦਰ ਪ੍ਰਵੇਸ਼ ਕਰਨਗੇ ਜਦੋਂ ਨਿਮਰਤਾ ਭਾਵ ਦੇ ਵਿੱਚ ਵਿਚਰੇਗਾ। ਫਿਰ ਸਤਿਗੁਰਾਂ ਨੇ ਕਿਹਾ ਕਿਸੇ ਨਾਲ ਝਗੜਾ ਨਹੀਂ ਕਰਨਾ। ਸਦਾ ਹੀ ਜੋ ਰਹਿਤ ਦ੍ਰਿੜ ਕਰਵਾਈ ਹੈ ਪੰਜ ਪਿਆਰਿਆਂ ਨੇ ਹਿਰਦੇ ਅੰਦਰ ਪਰਪੱਕਤਾ ਬਣਾ ਕਰਕੇ ਰੱਖਣੀ। ਦੁਰਜਨ ਵਿਅਕਤੀ ਨਾਲ ਕਦੇ ਪ੍ਰੀਤ ਨਹੀਂ ਕਰਨੀ। ਹਿਰਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦਾ ਤਿਆਗ ਕਰਨਾ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਜੀਵ ਮਹਾਰਾਜਿਆਂ ਦੀ ਬਖਸ਼ਿਸ਼
ਨਿਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਸ਼ਬਦ ਦੇ ਅਭਿਆਸ ਵੇ ਦੁਆਰਾ ਫਿਰ ਇਹਨਾਂ ਵਿਕਾਰਾਂ ਤੇ ਜੀਵ ਜਿੱਤ ਪ੍ਰਾਪਤ ਕਰਦਾ ਹੈ। ਸਤਿਗੁਰੂ ਜੀ ਆਓ ਸੁਚੱਜੀ ਜਿਹੜੀ ਜੀਵਨ ਜਾਚ ਹੈ ਗੁਰਸਿੱਖਾਂ ਨੂੰ ਦ੍ਰਿੜ ਕਰਵਾ ਰਹੇ ਹਨ। ਆਓ ਸਾਧ ਸੰਗਤ ਜਿੰਨਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ, ਜਿਉਂ ਬੁਲਾਵੈ ਤਿਉਂ ਬੋਲੇ ਸੁਆਮੀ, ਕੁਦਰਤ ਕਬਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਜੀ। ਸਕਲ ਰਾਤ ਜਾਗਤ ਨਹਿ ਰਹੈ। ਮਹਾਰਾਜਿਆਂ ਨੇ ਕਿਹਾ ਸਾਰੀ ਰਾਤ ਜਾਗਦਿਆਂ ਕਈਆਂ ਦਾ ਜਿਹੜਾ ਸਮਾਂ ਹੈ ਉਹ ਬਤੀਤ ਹੋ ਜਾਂਦਾ ਹੈ, ਦਿਨ ਗੁਜ਼ਰ ਜਾਂਦਾ ਹੈ ਕੰਮਾਂ ਕਾਰਾਂ ਦੇ ਵਿੱਚ। ਕਈਆਂ ਦਾ ਰਾਤ ਨੂੰ ਵੀ ਸਾਰੀ ਰਾਤ ਇਸੇ ਤਰ੍ਹਾਂ ਹੀ ਆਪਣਾ ਸਮਾਂ ਜਿਹੜਾ ਹੈ ਉਹ ਅਜਾਈਂ ਗਵਾ ਦਿੰਦੇ, ਜਾਗਦਿਆਂ ਗਵਾ ਦਿੰਦੇ ਹਨ। ਮੈਥੁਨ ਬਹੁਤ ਬਾਰ ਨ ਗਹੈ। ਸਦਾ ਹੀ ਮਨ ਵਿੱਚ ਚਿੰਤਾ ਰੱਖਣੀ, ਸੋਚਦਿਆਂ ਸੋਚਦਿਆਂ ਰਾਤ ਬਤੀਤ ਕਰ ਦੇਣੀ। ਕਹਿਣ ਲੱਗੇ ਜਾਗਦਿਆਂ ਇਸ ਤਰ੍ਹਾਂ ਬਤੀਤ ਨਹੀਂ ਕਰਨੀ ਰਾਤ, ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖਾਂ ਦੇ ਨੂੰ ਉਸਤਤ ਹੋਵੈ। ਸਮੇਂ ਅਨੁਸਾਰ ਕਹਿਣ ਲੱਗੇ ਰਾਤ ਬਤੀਤ ਕਰਨੀ, ਆਪਣੀ ਨਿੰਦਰਾ ਲੈਣੀ, ਸਹਿਜ ਅਨੁਸਾਰ ਜਾਗਣਾ, ਸਹਿਜ ਵਿੱਚ ਸੌਣਾ। ਇਹ ਗੁਰਸਿੱਖ ਦਾ ਜੀਵਨ ਜਿਹੜਾ ਹੈ ਅਭਿਆਸੀ ਜੀਵਨ ਹੈ। ਸਿਥਲ ਦੂਤ ਅਨਭਿਆਸੀ ਸਿੱਖ। ਰਾਜੇ ਦਾ ਜਿਹੜਾ ਦੂਤ ਹੈ ਕਹਿਣ ਲੱਗੇ ਉਹ ਆਲਸੀ ਨਹੀਂ ਹੋਣਾ ਚਾਹੀਦਾ। ਹੁਣ ਜੇ ਰਾਜੇ ਦਾ ਦੂਤ ਆਲਸੀ ਹੋਵੇ, ਸੁਨੇਹਾ ਲੈ ਕੇ ਆਇਆ, ਰਸਤੇ ਦੇ ਵਿੱਚ ਹੀ ਸੌਂ ਗਿਆ, ਉੱਧਰੋਂ ਫੌਜ ਚੜ੍ਹਾਈ ਕਰਕੇ ਆ ਗਈ, ਰਾਜੇ ਤੇ ਹਮਲਾ ਹੋ ਜਾਣਾ, ਰਾਜੇ ਦਾ ਬਹੁਤ ਨੁਕਸਾਨ ਹੋਏਗਾ। ਰਾਜੇ ਦਾ ਜਿਹੜਾ ਦੂਤ ਹੈ ਸਤਿਗੁਰੂ ਜੀ ਕਹਿੰਦੇ ਭਾਈ ਆਲਸੀ ਨਹੀਂ ਹੋਣਾ ਚਾਹੀਦਾ। ਔਰ ਜਿਹੜਾ ਸਿੱਖ ਹੈ ਉਹ ਅਨਅਭਿਆਸੀ ਨਾ ਹੋਵੇ। ਸਿੱਖ ਨੇ ਸਦਾ ਅਭਿਆਸ ਕਰਨਾ ਹੈ ਸਤਿਗੁਰੂ ਦੀ ਸਿੱਖਿਆ ਅਨੁਸਾਰ। ਕੱਲ ਵੀ ਵਿਚਾਰ ਆਈ ਸੀ, ਕਿਉਂਕਿ ਸਤਿਗੁਰੂ ਦੀ ਵਿਚਾਰ ਧਾਰਾ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਔਰ ਸਤਿਗੁਰੂ ਦੀ ਸਿੱਖਿਆ, ਸਿੱਖਿਆ ਦੇ ਅਨੁਸਾਰ ਆਪਣਾ ਜੀਵਨ ਜਿਹੜਾ ਹੈ ਉਹ ਬਤੀਤ ਕਰਨਾ। ਔਰ ਅਭਿਆਸ ਜਿਹੜਾ ਹੈ ਪੁਨਹ ਪੁਨਹ ਅੰਮ੍ਰਿਤ ਵੇਲੇ ਜਾਗਣਾ, ਅਭਿਆਸ ਕਰਨਾ। ਸਿੱਖ ਕਹਿਣ ਲੱਗੇ ਕਦੇ ਵੀ ਅਨਅਭਿਆਸੀ ਨਹੀਂ ਹੋਣਾ ਚਾਹੀਦਾ। ਕਾਚਾ ਸੁੱਕਾ ਤਿਆਗੇ ਅਮਿਖ। ਮਾਸ ਖਾਣਾ ਕਹਿਣ ਲੱਗੇ ਕੱਚਾ ਸੁੱਕਾ ਮਾਸ ਜਿਹੜਾ ਹੈ ਗੁਰਸਿੱਖ ਨੇ ਤਿਆਗਣਾ ਹੈ। ਪਰ ਕੀ ਰਮਤੀ ਨਾਰੀ ਛੋੜ। ਪਰ ਨਾਰੀ ਦੀ ਇੱਛਾ ਕਹਿਣ ਲੱਗੇ ਮਨ ਦੇ ਵਿੱਚੋਂ ਤਿਆਗਣੀ। ਪਰ ਨਾਰੀ ਕੀ ਸੇਜ ਭੂਲ ਸੁਪਨੈ ਹੋ ਨਾ ਜਾਈ ਹੈ। ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੈ। ਪਰ ਨਾਰੀ ਦਾ ਹਿਰਦੇ ਅੰਦਰੋਂ ਤਿਆਗ ਕਰਨਾ। ਜੇ ਆਪਣੀ ਇੰਦਰੀ ਹੈ ਠੋਰ। ਆਪਣੀਆਂ ਇੰਦਰੀਆਂ ਨੂੰ ਠੌਰ ਰੱਖਣਾ, ਥਾਂ ਤੇ ਰੱਖਣਾ। ਆਪਣੀਆਂ ਇੰਦਰੀਆਂ ਨੂੰ ਸੰਕੋਚ ਕੇ ਰੱਖਣਾ। ਇੰਦਰੇ ਸਾਡੇ ਨੇਤਰ, ਸਾਡੇ ਕੰਨ, ਸਾਡੀ ਜੇਭਾ, ਸਾਡੀ ਨਾਸਿਕਾ, ਇਹ ਸਾਡੇ ਗਿਆਨ ਇੰਦਰੇ ਹਨ। ਇਹਨਾਂ ਇੰਦਰੀਆਂ ਨੂੰ ਸੰਕੋਚ ਕਰਕੇ ਰੱਖਣਾ। ਔਰ ਸਾਡੇ ਹੱਥ ਜਿਹੜੇ ਹਨ, ਹੱਥਾਂ ਦੇ ਦੁਆਰਾ ਜਿਹੜੇ ਕਰਮ ਕਰਦਾ ਹੈ, ਹੱਥਾਂ ਦੁਆਰਾ ਸ਼ੁਭ ਕਰਮ ਕਰਨੇ। ਚਰਨ ਜਿਹੜੇ ਹਨ ਚੱਲ ਕੇ ਜਾਂਦੇ ਸ਼ੁਭ ਮਾਰਗ ਤੇ। ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਐ ਹਰ ਬਿੰਦ।
ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਖਸ਼ਿਸ਼ ਕਰਦਿਆਂ ਹੋਇਆਂ ਹਰ ਰੋਜ਼ ਨਿਤਨੇਮ ਦੀ ਬਾਣੀ ਅੰਦਰ ਅਸੀਂ ਜਾਪ ਕਰਦੇ ਹਾਂ। ਸ੍ਰੀ ਆਨੰਦ ਸਾਹਿਬ ਦੀ ਪਾਵਨ ਬਾਣੀ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ, ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮਹਿ ਆਇਆ। ਇਹ ਨੇਤਰੋ ਮੇਰਿਓ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਸਰਵਣੋ ਮੇਰਿਓ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੱਚ ਅਲਖ ਵਿਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵ, ਸਾਚੈ ਸੁਣਨੈ ਨੋ ਪਠਾਏ। ਇਹਦੇ ਵਾਸਤੇ ਸਰੀਰ ਦੇ ਨਾਲ ਇਹ ਜਿਹੜੇ ਇੰਦਰੇ ਹਨ ਇਹ ਲਾਏ ਗਏ। ਇਸ ਕਰਕੇ ਨਾ ਇੰਦਰੀਆਂ ਨੂੰ ਠੌਰ ਰੱਖਣਾ, ਸੰਕੋਚ ਕੇ ਰੱਖਣਾ। ਇਹ ਨਹੀਂ ਵੀ ਪਰਾਇਆ ਧਨ ਦੇਖਦਿਆਂ ਹੀ ਕਹਿਣ ਲੱਗੇ ਇਹ ਇੰਦਰੇ ਵਿਕਾਰਾਂ ਦੇ ਵੱਲ ਵੱਧਦੇ ਜਾਣ। ਚਰਨ ਤੇਰੇ ਹਨ ਕਹਿਣ ਲੱਗੇ ਵਿਕਾਰਾਂ ਵੱਲ ਵੱਧਦੇ ਜਾਣ। ਹੱਥ ਜਿਹੜੇ ਤੇਰੇ ਹਨ ਕਹਿਣ ਲੱਗੇ ਬੁਰਾ ਕਰਮ ਕਰਦੇ ਰਹਿਣ। ਇਸ ਕਰਕੇ ਇੰਦਰੀਆਂ ਨੂੰ ਠੌਰ ਵਿੱਚ ਰੱਖਣਾ ਹੈ, ਟਿਕਾ ਕੇ ਸਤਿਗੁਰੂ ਦੀ ਰਜ਼ਾ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਹੈ। ਦੰਭ ਨਾਸਤਕੀ ਮਤ ਸਰ ਤਜੇ, ਕਹਿਣ ਲੱਗੇ ਪਾਖੰਡ ਜਿਹੜਾ ਹੈ ਹਿਰਦੇ ਅੰਦਰ, ਔਰ ਨਾਸਤਕੀ ਬਿਰਤੀ, ਪਾਖੰਡ ਵਾਲੀ ਬਿਰਤੀ, ਨਾਸਤਕੀ ਬਿਰਤੀ ਔਰ ਮਤਸਰ ਈਰਖਾ। ਸਿੱਖ ਨੇ ਕਦੇ ਵੀ ਮਨ ਦੇ ਵਿੱਚ ਪਾਖੰਡ ਭਾਵ ਵਾਲੀ ਬਿਰਤੀ, ਪਾਖੰਡ ਦਾ ਜਿਹੜਾ ਹੈ ਹਿਰਦੇ ਅੰਦਰੋਂ ਕਹਿਣ ਲੱਗੇ ਤਿਆਗ ਕਰਨਾ ਹੈ। ਪਾਖੰਡੀ ਨਹੀਂ ਬਣਨਾ, ਦੰਭੀ ਨਹੀਂ ਬਣਨਾ, ਕਿਸੇ ਨੂੰ ਭਰਮ ਵਿੱਚ ਨਹੀਂ ਪਾਉਣਾ, ਔਰ ਕਦੇ ਵੀ ਕਿਸੇ ਨਾਲ ਈਰਖਾ ਨਹੀਂ ਕਰਨੀ। ਆਸੂਆ ਨਿੰਦਾ ਚਿਤ ਨਾ ਭਜੇ, ਕਦੇ ਵੀ ਮਨ ਦੇ ਵਿੱਚ ਕਹਿਣ ਲੱਗੇ ਗੁਰਸਿੱਖ ਜਿਹੜਾ ਹੈ ਉਹ ਦੰਭੀ ਨਹੀਂ ਹੋਣਾ ਚਾਹੀਦਾ, ਪਖੰਡੀ ਨਹੀਂ ਹੋਣਾ ਚਾਹੀਦਾ, ਔਰ ਮਨ ਦੇ ਵਿੱਚ ਹਮੇਸ਼ਾ ਪਰਮੇਸ਼ਰ ਤੇ ਭਰੋਸਾ ਰੱਖਣਾ। ਸਦਾ ਹੀ ਆਪਣੇ ਮਨ ਵਿੱਚ ਪ੍ਰਭੂ ਦੇ ਨਾਲ ਪ੍ਰੇਮ ਰੱਖਣਾ। ਖਗ ਤਰਵਰ ਜਗ ਬਾਸ ਨਿਹਾਰੈ, ਜਗਤ ਦਾ ਜਿਹੜਾ ਵਾਸਾ ਹੈ ਪੰਛੀ ਦੀ ਨਿਆਈ ਹੈ। ਬਿਰਖੈ ਹੇਠ ਸਭ ਜਨ ਤੇ ਇਕੱਠੇ, ਇੱਕ ਤੱਤੇ ਇੱਕ ਬੋਲਨ ਮਿੱਠੇ। ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਤਰਵਰ ਏਕ ਅਨੰਤ ਡਾਰ ਸਾਖਾਂ, ਕੋਪ ਪੱਤਰ ਰਸ ਭਰੀਆ। ਕਹਿਣ ਲੱਗੇ ਜਿਵੇਂ ਪੰਛੀ ਆ ਕਰਕੇ ਰੁੱਖ ਤੇ ਬੈਠਦੇ, ਜਦੋਂ ਸੂਰਜ ਜਿਹੜਾ ਹੈ ਅਸਤ ਹੋਇਆ ਪੰਛੀ ਆ ਕਰਕੇ ਬੈਠੇ, ਔਰ ਜਦੋਂ ਉਦੈ ਹੁੰਦਾ ਸੂਰਜ ਚੜ੍ਹਦਾ ਹੈ ਪੰਛੀ ਉਡਾਰੀ ਭਰ ਜਾਂਦੇ। ਇਸੇ ਤਰ੍ਹਾਂ ਕਹਿਣ ਲੱਗੇ ਸੰਸਾਰੀ ਜੀਵ ਜਿਹੜਾ ਹੈ ਇੱਕ ਪੰਛੀ ਦੀ ਨਿਆਈ ਹੈ। ਜਿਵੇਂ ਪੰਛੀ ਰੁੱਖ ਤੇ ਆ ਕਰਕੇ ਬੈਠਦਾ, ਦਿਨ ਚੜ੍ਹਦਾ ਉਡਾਰੀ ਭਰ ਜਾਂਦਾ। ਤੇਰਾ ਵੀ ਇੰਨਾ ਕੁ ਸਮਾਂ ਹੈ। ਉਮਰਾਂ ਰੂਪੀ ਰੈਣ ਜਿਹੜੀ ਹੈ ਜਦੋਂ ਬਤੀਤ ਹੋਈ, ਕਹਿਣ ਲੱਗੇ ਜਦੋਂ ਸੱਦਾ ਰੂਪੀ ਸੂਰਜ ਉਦੈ ਹੋਇਆ, ਉਦੋਂ ਇਸ ਪੰਛੀ ਨੇ ਕਹਿਣ ਲੱਗੇ ਪਿੰਜਰੇ 'ਚੋਂ ਉਡਾਰੀ ਭਰ ਜਾਣੀ। ਰੁੱਖ ਦੀ ਤਰ੍ਹਾਂ ਕਹਿਣ ਲੱਗੇ ਸੰਸਾਰ ਦਾ ਜਿਹੜਾ ਵਾਸਾ ਹੈ ਇਹਨੂੰ ਜਾਣਨਾ ਹੈ। ਜਿਵੇਂ ਪੰਛੀ ਆ ਕੇ ਰੁੱਖ ਤੇ ਬੈਠਦਾ, ਉਸੇ ਤਰ੍ਹਾਂ ਸਾਡਾ ਜਿਹੜਾ ਵਾਸਾ ਹੈ ਉਹ ਇੱਕ ਪੰਛੀ ਦੀ ਨਿਆਈ ਹੈ ਸੰਸਾਰ ਦੇ ਵਿੱਚ। ਰਹਿਣਾ ਦਿਨਾ ਨਿਜ ਤਤ ਵਿਚਾਰੈ, ਦਿਨ ਰਾਤ ਨਿਜ ਤਤ ਦੀ ਵਿਚਾਰ ਕਰਨੀ, ਆਪਣੇ ਨਿਜ ਨੂੰ ਪਹਿਚਾਨਣਾ। ਨਿਜ ਆਪਣਾ ਆਪਾ, ਆਪਣੇ ਆਪ ਦੀ ਪਹਿਚਾਣ। ਸਤਿਗੁਰੂ ਜੀ ਸਾਨੂੰ ਦੱਸਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜੋਤ ਸਰੂਪ ਹੈ ਤੂੰ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ।
ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ। ਪਰਮੇਸ਼ਰ ਦੀ ਜੋਤ ਹੈ ਤੇਰੇ ਵਿੱਚ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਆਪਣੇ ਨਿਜ ਦੀ ਪਹਿਚਾਣ ਕਰਨੀ ਕਿ ਤੂੰ ਕੌਣ ਹੈ, ਤੇਰਾ ਮੂਲ ਕੀ ਹੈ, ਤੇਰਾ ਆਧਾਰ ਕੀ ਹੈ, ਤੂੰ ਆਇਆ ਕਾਹਦੇ ਵਾਸਤੇ ਹੈ ਸੰਸਾਰ ਤੇ। ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ। ਸਤਿਗੁਰੂ ਜੀ ਕਹਿੰਦੇ ਭਾਈ ਆਪਣੇ ਆਪ ਦੀ ਪਹਿਚਾਣ ਕਰ ਕਿ ਤੈਨੂੰ ਸੰਸਾਰ ਤੇ ਭੇਜਿਆ ਕਿਸ ਵਾਸਤੇ ਹੈ, ਮਨੁੱਖਾ ਜੀਵਨ ਤੈਨੂੰ ਕਾਹਦੇ ਵਾਸਤੇ ਮਿਲਿਆ। ਇਹ ਆਪਣੇ ਆਪ ਦੀ ਪਹਿਚੋੜ ਕਰਨੀ। ਪੜਚੋਲ ਕਰਦਿਆਂ ਕਹਿੰਦੇ ਨਿਜ ਨੂੰ ਪਹਿਚਾਨਣਾ, ਨਿਜ ਨੂੰ ਜਾਣਨਾ ਹੈ ਵਿਰਾਗ ਲਖ ਜਗਤ ਅਸਾਰਾ। ਔਰ ਜਗਤ ਨੂੰ ਕਹਿਣ ਲੱਗੇ ਅਸਾਰ ਜਾਣਨਾ। ਸਾਧੋ ਇਹ ਤਨ ਮਿਥਿਆ ਜਾਣੋ। ਜਿੱਥੇ ਤਨ ਮਿਥਿਆ ਹੈ ਉੱਥੇ ਸੰਸਾਰ ਜਿਹੜਾ ਹੈ ਅਸਾਰ ਹੈ, ਨਾਸ਼ਵਾਨ ਹੈ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਤੇਰੇ ਮਨ ਵਿੱਚ ਭਰੋਸਾ ਹੋਵੇ, ਇਉਂ ਜਾਣਨਾ ਕਿ ਜਗਤ ਜਿਹੜਾ ਹੈ ਇਹ ਅਸਾਰ ਹੈ, ਨਾਸ਼ਵਾਨ ਹੈ। ਤੇ ਪ੍ਰਾਣ ਗੁਣ ਆਤਮ ਨਿਆਰਾ। ਔਰ ਤੇਰੀ ਦੇਹੀ, ਤੇਰੇ ਸਵਾਸ ਜਿਹੜੇ ਨੇ ਆਤਮ ਤੱਤ ਤੋਂ ਵੱਖਰੇ ਹਨ। ਦੇਹੀ ਤੇਰੀ ਨਾਸ਼ਵਾਨ ਹੈ, ਪ੍ਰਾਣ ਤੈਨੂੰ ਗਿਣਵੇਂ ਮਿਲੇ ਹਨ। ਔਰ ਤੇਰੀ ਆਤਮਾ ਜਿਹੜੀ ਹੈ ਉਹਨੇ ਦੂਸਰਾ ਚੋਲਾ ਜਿਹੜਾ ਹੈ ਉਹ ਫਿਰ ਧਾਰਨ ਕਰ ਲੈਣਾ। ਸਵਾਸਾਂ ਦੇ ਰਹਿੰਦਿਆਂ ਤੈਂ ਆਪਣੇ ਨਿਜ ਨੂੰ ਪਹਿਚਾਣ ਕਰਕੇ ਉਸ ਜੋਤ ਦਾ ਰੂਪ ਹੋਣਾ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੰਪੂਰਨ ਹੋਣ ਵਾਸਤੇ ਤੇਰਾ ਸਮਾਂ ਜਿਹੜਾ ਹੈ ਉਹ ਪਰਮੇਸ਼ਰ ਨੇ ਨਿਸ਼ਚਿਤ ਕੀਤਾ। ਗਿਣਵੇਂ ਸਵਾਸ ਤੈਨੂੰ ਮਿਲੇ। ਜਿੰਨੀ ਦੇਰ ਸਰੀਰ ਦੇ ਵਿੱਚ ਸਵਾਸ ਚੱਲਦੇ ਹਨ, ਸਵਾਸਾਂ ਦੇ ਰਹਿੰਦਿਆਂ ਤੇਰੇ ਜੀਵਨ ਦਾ ਜਿਹੜਾ ਪੰਧ ਹੈ ਤੈਨੂੰ ਆਪਣੀ ਮੰਜ਼ਿਲ ਜਿਹੜੀ ਆ ਉਹ ਪ੍ਰਾਪਤ ਹੋ ਜਾਏ। ਜੇ ਰਸਤੇ ਵਿੱਚ ਰਹਿ ਜਾਂਦਾ ਫੇਰ ਦੁਬਾਰਾ ਸਫ਼ਰ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ। ਇਸ ਕਰਕੇ ਜੋਤ ਆਪਣਾ ਆਤਮ ਤੱਤ, ਪ੍ਰਾਣ ਔਰ ਕਹਿਣ ਲੱਗੇ ਸਰੀਰ ਤੋਂ। ਦੇਹੀ ਤੇਰੀ ਜਿਹੜੀ ਉਹ ਨਾਸ਼ਵਾਨ ਹੈ, ਪ੍ਰਾਣ ਤੈਨੂੰ ਗਿਣਵੇਂ ਮਿਲੇ ਇਹ ਵੀ ਮੁੱਕ ਜਾਣੇ ਹਨ। ਯਣ ਘਾਲੇ ਸਭ ਦਿਵਸ ਸਾਸ, ਨਹਿ ਵੱਢਨ ਕਟਨ ਤਿਲ ਸਾਰ। ਸਵਾਸ ਵੀ ਤੈਨੂੰ ਗਿਣ ਕੇ ਮਿਲੇ ਹੋਏ। ਦੇਹੀ ਜਿਹੜੀ ਹੈ ਸਦੀਵ ਕਾਲ ਲਈ ਇੱਕੋ ਜਿਹੀ ਨਹੀਂ ਰਹਿੰਦੀ। ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਤਿੰਨਾਂ ਅਵਸਥਾਵਾਂ ਦੇ ਵਿੱਚੋਂ ਵੀ ਬਚਪਨ ਸਦਾ ਨਹੀਂ ਹੈ, ਜਵਾਨੀ ਸਦਾ ਨਹੀਂ ਹੈ, ਬੁਢੇਪਾ ਸਦਾ ਨਹੀਂ ਹੈ। ਸਰੀਰ ਜਿਹੜਾ ਹੈ ਤੇਰਾ ਇਉਂ ਸਫ਼ਰ ਕਰਦਿਆਂ ਦੇਹੀ ਜਿਹੜੀ ਹੈ ਫਿਰ ਇਹ ਖੀਣ ਹੋ ਜਾਂਦੀ, ਇੱਕ ਦਿਨ ਨਾਸ਼ ਹੋ ਜਾਣੀ ਹੈ। ਪ੍ਰਾਣ ਇਹਦੇ ਵਿੱਚੋਂ ਕਹਿਣ ਲੱਗੇ ਜਦੋਂ ਪੂਰੇ ਹੋ ਜਾਂਦੇ ਸਵਾਸ, ਗਿਣਵੇਂ ਸਵਾਸ ਜਦੋਂ ਭੋਗ ਲੈਣੇ ਸਵਾਸ ਵੀ ਤੇਰੇ ਚਲੇ ਗਏ। ਅੱਗੇ ਤੇਰੀ ਰਹਿ ਜਾਂਦਾ ਆਤਮ ਤੱਤ। ਆਤਮ ਤੱਤ ਨੇ ਫਿਰ ਅੱਗੇ ਜਿਹੜਾ ਸਫ਼ਰ ਹੈ ਉਹ ਸ਼ੁਰੂ ਕਰਨਾ। ਦੁਬਾਰਾ ਫਿਰ ਉਹਨੇ ਚੋਲਾ ਧਾਰਨ ਕਰ ਲੈਣਾ। ਇਸ ਕਰਕੇ ਆਤਮ ਤੱਤ ਨੂੰ ਆਪਣਾ ਵੱਖਰਾ ਜਾਣਨਾ ਕਰ। ਸੁਣ ਕਰ ਸ਼ਾਸਤਰਨ ਗਰਭ ਗਵਾਵੇ। ਸ਼ਾਸਤਰਾਂ ਨੂੰ ਸੁਣ ਕਰਕੇ ਕਹਿਣ ਲੱਗੇ ਆਪਣੇ ਹਿਰਦੇ ਦਾ ਗਰਭ ਹੰਕਾਰ ਗਵਾਉਣਾ। ਸ਼ਾਸਤਰਾਂ ਦਾ ਅਭਿਆਸ ਕਰਨਾ। ਕਹਿਣ ਲੱਗੇ ਸ਼ਾਸਤਰਾਂ ਨੂੰ ਸੁਣਨਾ। ਸ਼ਾਸਤਰ ਸਤਿਗੁਰਾਂ ਦੀ ਪਵਿੱਤਰ ਬਾਣੀ। ਸਾਡੇ ਵਾਸਤੇ ਸ਼ਾਸਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਬਾਣੀ, ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਸੰਦੇਸ਼ ਔਰ ਪਵਿੱਤਰ ਉਪਦੇਸ਼ ਲੈ ਕਰਕੇ ਅਭਿਆਸ ਕਰਨਾ, ਹਿਰਦੇ ਅੰਦਰ ਵਸਾਉਣਾ, ਆਪਣੇ ਜੀਵਨ ਨੂੰ ਸੁਚੱਜਤਾ ਦੇ ਦੁਆਰਾ ਬਤੀਤ ਕਰਨਾ। ਕਾਹੂ ਵਸਤ ਸੁਨਿਹੋ ਨਾ ਲਾਵੇ। ਕਿਸੇ ਵੀ ਵਸਤੂ ਨਾਲ ਕਹਿਣ ਲੱਗੇ ਨੇਹ ਨਹੀਂ ਲਾਉਣਾ, ਮੋਹ ਨਹੀਂ ਬਣਾਉਣਾ। ਇਹ ਨਾ ਹੋਵੇ ਕਿ ਦਾਤ ਪਿਆਰੀ ਹੋ ਗਈ ਔਰ ਦਾਤਾਰ ਵਾਹਿਗੁਰੂ ਪਰਮੇਸ਼ਰ ਜਿਹੜਾ ਦੇਣ ਵਾਲਾ ਹੈ ਉਹ ਹਿਰਦੇ ਅੰਦਰੋਂ ਵਿਸਰ ਜਾਏ। ਜਿੰਨੀਆਂ ਤੈਨੂੰ ਵਸਤੂਆਂ ਮਿਲੀਆਂ ਹਨ ਇਹ ਤੇਰੇ ਵਾਸਤੇ ਇੱਕ ਸਾਧਨ ਹੈ।
तेरा जरिया है, तेरे जीवन वास्ते एक साधन परमेश्वर ने पैदा किए हैं। जेह प्रसाद शक्ति अमृत खाहे, तिस ठाकुर को रख मन माहे। सतगुरु जी कहते भाई जिस दी किरपा द्वारा, जेह प्रसाद जिहदी किरपा द्वारा 36 प्रकार का भोजन तैनू मिल रहा है, दिंदा कौन है? तिस ठाकुर को रख मन माहे। जे प्रसाद वसे सुख मंदर, तिसे ध्याए सदा मन अंदर। जे प्रसाद गृह संग सुख बसना, 8 पहर सिमरो तिस रसना। क्योंकि पदार्थ दिते ने परमेश्वर ने, साधन हैं साडे शरीर वास्ते, वरतों वास्ते। कहन लगे कदे भी मन दे विच ये ना लियाई के पदार्थां तक ही सीमित रह जाए। जिहड़ा देण वाला है दातार वाहिगुरू परमेश्वर, उहदी याद करे तेरे हिरदे विच ही ना बसे। देण वाला दातार है, इन्हां पदार्थां विच रहिंदिआं, पदार्थां नूं भोगदिआं दातार वाहिगुरू परमेश्वर का शुकराना करना, दातार की याद अपने हिरदे अंदर वसाउणी। मता किते ना पदार्थां दे विच ही तेरा मोह रह जाए। धीरज सो व्यवहार कटावे, हिरदे अंदर हमेशा धीरज रखनी, हिरदे अंदर हमेशा सहज रखनी। और जिहड़ा व्यवहार है, हौली हौली व्यवहार जिहड़ा है उहनूं संकोचना, क्योंकि जिम्मेवारियां जिहड़ियां हन फिर अगे अपने बच्चों नूं दे देनी। कई बार तो सारी जिम्मेवारी कहन लग्या भी मेरे तो बिना तो कुछ होना ही नहीं। मन दे विच यही तौखला बनिया रहिंदा है कि जे मैं ना होवां तां मेरे बच्चे जिहड़े ने वो भुखे ही मर जाण, क्योंकि इहदा कुछ करदे ही नहीं। सतगुरु जी कहंदे भाई जिहड़ा व्यवहार है, जदों तेरी जिम्मेवारी, जदों तेरा परिवार सामण वाला हो गया, फिर तू छड्ड देना कर, फिर तू उन्हां दे सिर ते छड्ड और तेरा जिहड़ा काम है फिर तू अपना काम कर। तू अभ्यासी बन, व्यवहार जंजाल जिहड़ा है वो छड्ड देना कर। सहज सहज सब सो छुटकावे, हौली हौली सहजे सहजे जिम्मेवारियां तो छुटकारा लेना, क्योंकि तेरा जिहड़ा जीवन का बंध है वो नेड़े आउंदा जा रहा है। इस करके जिहड़ियां संसारिक जिम्मेवारियां हन उन्हां नूं हुण तू सहजे सहजे घटाउणा कर दे। और जिहड़ा तेरा अपना काम है, जिस वास्ते तैनूं ये मनुखा शरीर मिलिया, वो काम याद कर, उहनूं हमेशा चेते रखना कर। दिसे कोदी सुमत का बोधक, हमेशा क्रोध का त्याग करना। हिरदे अंदर कहन लगे कई बार पारा वध जाता, टैंपरेचर वध जाता, बीपी वध गया भी इहनूं बड़ा गुस्सा आउंदा। महाराज जी कहते क्रोध का त्याग करना, हिरदे अंदर नियमता भाव रखनी और हमेशा अभ्यासी बनना है। प्राण अपान की गत का सोधक, अपने प्राणा नूं, प्राणा की गति नूं कहन लगे हमेशा नियंत्रण रखना। इस गति नूं कहन लगे सोधना, श्वासां नूं सफले बनाउणा है। बड़ी बेर भोजन न खाए, बाली वार भोजन नहीं खाना, क्योंकि सीमाबद्ध समय अनुसार भोजन छकना और जिन्नी लोड़ है कहन लगे उन्ना ही छकना। ये नहीं भी खांदियां खांदियां मूँह कट्ठा पहनदियां सब अंग, रैण गवाई सोए कै दिवस गवाया, खाए दिन रात खांदे ही समा गुजर जाए। बाली वार नहीं महाराज जी कहते भोजन छकना, जिन्नी को लोड़ है। तेरा शरीर जिन्ना क चल फिर सके, जिन्नी क लोड़ होवे उन्ना को भोजन छकना है। मान बढ़ाई अपन न गाए, अपनी मुखों बड़ियाई करी जाए, अपना मान दूसरियां नूं दसना, अपना हंकार दूसरे अगे प्रगट करना और अपनी वडियाई जिहड़ी है
ਆਪਣੇ ਮੁਖੋਂ ਹੀ ਗਾਈ ਜਾਣੀ। ਮਹਾਰਾਜ ਜੀ ਕਹਿੰਦੇ ਬੁਰਾ ਕਰਮ ਹੈ। ਕੁਸਤ ਕੁਬੋਜ ਸਵੈ ਨਾਰੀ ਸ਼ੋਭਾ। ਕਹਿਣ ਲੱਗੇ ਸੱਤ ਦਾ ਤਿਆਗ ਕਰ ਦੇਣਾ, ਕੁਸੰਗਤ ਕਰਨੀ। ਕਹਿਣ ਲੱਗੇ ਕੁਨਾਰੀ ਦੀ ਸੰਗਤ ਕਰਨੀ ਔਰ ਪਰਾਈ ਸੋਭਾ ਕਰਨੀ। ਮਹਾਰਾਜ ਜੀ ਕਹਿੰਦੇ ਇਹ ਮਾੜੀ ਹੈ। ਇਨ ਕੋ ਤਜੈ ਨਾ ਧਰ ਉਰ ਲੋਭਾ। ਇਹਨਾਂ ਦਾ ਤਿਆਗ ਕਰਨਾ ਹੈ, ਮਨ ਦੇ ਵਿੱਚੋਂ ਲੋਭ ਦਾ ਤਿਆਗ ਕਰਨਾ ਹੈ। ਬਿਰਤੀ ਜਿਹੜੀ ਹੈ ਤੇਰੀ ਲੋਭੀ ਨਾ ਹੋਵੇ, ਲੋਭ ਦਾ ਤਿਆਗ ਕਰਨਾ ਹੈ। ਖਲ ਕੀ ਮਲ ਕੀ ਨਟਕੀ ਪੰਗਤ। ਮੂਰਖ ਦੀ ਸੰਗਤ ਕਰਨੀ। ਕਹਿਣ ਲੱਗੇ ਮਲ ਦੀ ਸੰਗਤ ਕਰਨੀ ਔਰ ਜਿਹੜਾ ਨਟਕੀ ਹੈ ਨਚਾਰ। ਇਹਨਾਂ ਵਿਅਕਤੀਆਂ ਦੀ ਕਦੇ ਪੰਗਤ ਇਹਨਾਂ ਦੇ ਕੋਲ ਨਹੀਂ ਬਹਿਣਾ। ਪੁੱਤਰ ਪੜਾਵੈ ਸਾਧੂ ਸੰਗਤ। ਆਪਣੇ ਪੁੱਤਰ ਨੂੰ ਸਾਧੂ ਦੀ ਸੰਗਤ ਵਿੱਚ ਲੈ ਕਰਕੇ ਜਾਣਾ, ਪੁੱਤਰ ਨੂੰ ਸਾਧੂ ਦੀ ਸੰਗਤ ਕਰਾਉਣੀ ਔਰ ਤਾਂ ਕਿ ਉਹਦੀ ਬੁੱਧੀ ਜਿਹੜੀ ਹੈ ਉਹ ਸ਼੍ਰੇਸ਼ਟ ਬਣ ਸਕੇ। ਬਲਵੰਤ ਗਾਰਗੀ ਨੇ ਆਪਣੇ ਜੀਵਨ ਦੇ ਵਿੱਚ ਦੱਸਿਆ ਕਿ ਜਦੋਂ ਮੈਂ ਸ਼ੁਰੂਆਤ ਕੀਤੀ ਗੁਰਮੁਖੀ ਪੜ੍ਹਨੀ, ਪਿੰਡ ਦੇ ਵਿੱਚ ਕਹਿਣ ਲੱਗੇ ਮਦਰਸੇ ਵਿਖੇ ਮਾਤਾ ਮੈਨੂੰ ਲੈ ਕੇ ਗਈ ਔਰ ਉਦੋਂ ਗੁਰੂ ਘਰ ਦੇ ਵਿੱਚ ਕਹਿਣ ਲੱਗੇ ਗ੍ਰੰਥੀ ਸਿੰਘ ਦੇ ਪਾਸੋਂ ਜਿਹੜੀ ਸਿੱਖਿਆ ਸੀ ਉਹ ਪ੍ਰਾਪਤ ਕੀਤੀ ਜਾਂਦੀ। ਮਾਤਾ ਜੀ ਗੁਰੂ ਘਰ ਲੈ ਕੇ ਆਏ ਔਰ ਉਦੋਂ ਹਫ਼ਤੇ ਕੁ ਬਾਅਦ ਕਹਿਣ ਲੱਗੇ ਉੱਥੇ ਬਾਬਾ ਜੀ ਆਇਆ ਕਰਦੇ ਸਨ, ਵੀ ਜਿਹੜੇ ਹਫ਼ਤੇ ਦੇ ਵਿੱਚ ਉਹਨਾਂ ਨੇ ਸਾਨੂੰ ਸਬਕ ਦੇ ਜਾਣਾ, ਫਿਰ ਅਸੀਂ ਉਹੀ ਸਬਕ ਜਿਹੜਾ ਉਹਦਾ ਅਭਿਆਸ ਕਰਨਾ। ਜਦੋਂ ਇੱਕ ਦਿਨ ਕਹਿਣ ਲੱਗੇ ਆਏ ਨਿਹੰਗ ਸਿੰਘ ਘੋੜੇ 'ਤੇ ਬੈਠੇ, ਉਹਨਾਂ ਨੇ ਵਰਸ਼ੇ ਦੇ ਨਾਲ ਕਹਿਣ ਲੱਗੇ ਇੱਕ ਓਂਕਾਰ ਜਿਹੜਾ ਸੀ ਉਹ ਧਰਤੀ 'ਤੇ ਪਾ ਦਿੱਤਾ ਔਰ ਬਲਵੰਤ ਗਾਰਗੀ ਜੀ ਕਹਿੰਦੇ ਵੀ ਮੈਨੂੰ ਉਹਨਾਂ ਨੇ ਕਿਹਾ ਵੀ ਆਹ ਸ਼ਬਦ ਹੈ, ਇਹਦਾ ਤੂੰ ਅਭਿਆਸ ਕਰਨਾ, ਇਹੀ ਤੇਰੇ ਵਾਸਤੇ ਸਬਕ ਹੈ। ਕਹਿਣ ਲੱਗੇ ਉਹ ਜਿਹੜਾ ਸਬਕ ਸੀ ਮੈਨੂੰ ਬਾਬਾ ਜੀ ਨੇ ਦਿੱਤਾ, ਅੱਜ ਤੱਕ ਉਹ ਸ਼ਬਦ ਜਿਹੜਾ ਹੈ ਮੇਰੇ ਹਿਰਦੇ ਅੰਦਰ ਵਸਿਆ ਹੋਇਆ, ਮੈਨੂੰ ਯਾਦ ਹੈ ਔਰ ਉੱਚ ਕੋਟੀ ਦਾ ਵਿਦਵਾਨ ਹੈ ਬਲਵੰਤ ਗਾਰਗੀ, ਕਿਉਂਕਿ ਸ਼ੁਰੂਆਤ ਜਿਹੜੀ ਹੈ ਸਾਧੂ ਦੀ ਸੰਗਤ ਤੋਂ ਹੋਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਪਣੇ ਬਾਲਕ ਨੂੰ ਸਾਧੂ ਦੀ ਸੰਗਤ ਵਿੱਚ ਲੈ ਕਰਕੇ ਜਾਣਾ, ਸ਼੍ਰੇਸ਼ਟ ਸਿੱਖਿਆ ਜਿਹੜੀ ਹੈ ਉਹ ਦੇਣੀ, ਕਿਉਂਕਿ ਨੀਂਹ ਜਿਹੜੀ ਹੈ ਜੇ ਨੀਂਹ ਚੰਗੀ ਰੱਖੀ ਜਾਏ ਮਹਿਲ ਜਿਹੜਾ ਹੈ ਫਿਰ ਚੰਗਾ ਉਸਰਦਾ ਹੈ, ਮਕਾਨ ਜਿਹੜਾ ਹੈ ਉਹ ਫਿਰ ਵਧੀਆ ਬਣਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਓ। ਅੱਜ ਕੱਲ੍ਹ ਤਾਂ ਹਿਰਦੇ ਅੰਦਰੋਂ ਵਿਸਰਦਾ ਜਾ ਰਿਹਾ ਹੈ, ਨਾ ਊੜੇ ਨਾਲ ਪ੍ਰੇਮ ਹੈ ਔਰ ਨਾ ਹੀ ਜੂੜੇ ਨਾਲ ਪ੍ਰੇਮ ਹੈ। ਊੜੇ ਦਾ ਪ੍ਰੇਮ ਵੀ ਸਾਡੇ ਹਿਰਦੇ ਅੰਦਰੋਂ ਭੁੱਲਦਾ ਜਾ ਰਿਹਾ ਹੈ ਔਰ ਜੂੜੇ ਦਾ ਪ੍ਰੇਮ ਵੀ ਜਿਹੜਾ ਹੈ, ਹੁਣ ਤਾਂ ਮਾਂ ਹੀ ਜਿਹੜੀ ਆ ਉਹਨੂੰ ਔਖਾ ਲੱਗਦਾ ਆਪਣੇ ਬਾਲਕ ਦਾ ਜੂੜਾ ਕਰਨਾ। ਔਰ ਘਰ ਦੇ ਵਿੱਚ ਕਹਿਣ ਲੱਗੇ ਊੜਾ ਬੋਲਣਾ, ਗੁਰਮੁਖੀ ਬੋਲਣੀ ਬੜੀ ਔਖੀ ਲੱਗਦੀ ਹੈ। ਹਿੰਦੀ ਭਾਸ਼ਾ ਜੇ ਨੌਕਰ ਰੱਖਿਆ ਹੋਇਆ ਉਹਦੀ ਬੋਲੀ ਜਿਹੜੀ ਸਾਨੂੰ ਵਧੀਆ ਲੱਗਦੀ, ਉਹਦੇ ਵਾਂਗੂ ਬੋਲਣਾ ਉਹ ਸਾਨੂੰ ਚੰਗਾ ਲੱਗਦਾ, ਪਰ ਜਿਹੜੀ ਆਪਣੀ ਭਾਸ਼ਾ ਸੀ ਉਹ ਨਹੀਂ ਸਿਖਾ ਸਕਦੇ ਉਹਨੂੰ, ਉਹਦੇ ਵਾਲੀ ਅਸੀਂ ਬੜੀ ਛੇਤੀ ਸੌਖੀ ਸਿੱਖ ਜਾਂਦੇ। ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਜਿਵੇਂ ਸਕੂਲਾਂ ਦੇ ਵਿੱਚ ਬੋਲਿਆ ਜਾਂਦਾ, ਉਸੇ ਤਰ੍ਹਾਂ ਘਰਾਂ ਦੇ ਵਿੱਚ ਹਿੰਦੀ ਭਾਸ਼ਾ ਨੂੰ ਕਹਿਣ ਲੱਗੇ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਬਾਣੀ ਗੁਰਮੁਖੀ ਭਾਸ਼ਾ ਹੈ ਔਰ ਸਤਿਗੁਰਾਂ ਦੀ ਜੋ ਭਾਸ਼ਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਬਾਣੀ, ਜੇ ਸਾਡੇ ਜੀਵਨ ਦਾ ਆਧਾਰ ਹੈ, ਸਾਡੇ ਜੀਵਨ ਦੇ ਵਿੱਚ ਖੁਸ਼ੀ ਹੈ, ਸਾਡੇ ਜੀਵਨ ਦੇ ਵਿੱਚ ਖੇੜਾ ਹੈ, ਸਾਡੇ ਜੀਵਨ ਦੇ ਵਿੱਚ ਰਹਿਤ ਹੈ, ਸਾਡੇ ਕੋਲ ਊੜਾ ਹੈ, ਸਾਡੇ ਕੋਲ ਜੂੜਾ ਹੈ, ਸਾਡਾ ਸਾਰਾ ਜੀਵਨ ਜਿਹੜਾ ਹੈ ਉਹ ਸੁਖਮਈ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਹਮੇਸ਼ਾ ਸੰਗਤ ਜਿਹੜੀ ਹੈ ਉਹ ਸਾਧੂ ਦੀ ਕਰਨੀ ਹੈ, ਆਪਣੇ ਬਾਲਕ ਨੂੰ ਸਤਿਗੁਰੂ ਦੀ ਸੰਗਤ ਵਿੱਚ ਲੈ ਕਰਕੇ ਆਉਣਾ ਹੈ। ਦੇਵ ਭਵਨ ਮੈਂ ਚਿਰ ਨਾ ਰਹੈ।
ਦੇਵ ਭਵਨ ਦੇ ਵਿੱਚ ਮੰਦਰ ਵਿੱਚ ਬਹਿਣਾ। ਕਈਆਂ ਦੀ ਹੁਣ ਆਦਤ ਹੁੰਦੀ ਵੀ ਆਪਣਾ ਨਿਤਨੇਮ ਵੀ ਆ ਕੇ ਗੁਰੂ ਘਰ ਵਿਖੇ ਕਰਨਾ। ਹੁਣ ਇੱਥੇ ਤਾਂ ਸਬਕ ਅਸੀਂ ਲੈ ਕੇ ਜਾਣਾ। ਇੱਥੇ ਜੋ ਪੜ੍ਹਾਇਆ ਜਾਂਦਾ ਹੈ ਉਹ ਸਾਡਾ ਸਬਕ ਹੈ, ਉਹਨੂੰ ਅਸੀਂ ਘਰੇ ਜਾ ਕੇ ਹੋਮਵਰਕ ਕਰਨਾ ਕਹਿਣਾ। ਇੱਥੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ ਔਰ ਆ ਕੇ ਆਪਣਾ ਨਿਤਨੇਮ ਸ਼ੁਰੂ ਕਰ ਦਿੰਦਾ ਹੈ। ਨਿਤਨੇਮ ਤਾਂ ਅਸੀਂ ਘਰੇ ਕਰਨਾ। ਸੁਖਮਨੀ ਸਾਹਿਬ ਦਾ ਪਾਠ ਆਪਣਾ ਸਾਡਾ ਨਿਤਨੇਮ ਹੈ, ਉਹ ਅਸੀਂ ਘਰੇ ਬਹਿ ਕੇ ਕਰਨਾ। ਹੁਣ ਕਈਆਂ ਦਾ ਸੁਭਾਅ ਹੁੰਦਾ ਵੀ ਇੱਥੇ ਮਹਾਰਾਜ ਜੀ ਕਹਿੰਦੇ ਭਾਈ ਇੱਥੇ ਤਾਂ ਜਿਹੜਾ ਸਤਿਗੁਰੂ ਜੀ ਸਾਨੂੰ ਸ਼ਬਦ ਦੇ ਰਹੇ ਹਨ ਉਸ ਸ਼ਬਦ ਦਾ ਅਭਿਆਸ ਕਰਨਾ ਹੈ। ਕਰਨੀ ਭੇਦ ਨਾ ਕਹਿ ਸੋ ਕਹੈ। ਜੋ ਤੇਰੇ ਜੀਵਨ ਦੀ ਕਰਨੀ ਹੈ, ਜਿੰਨਾ ਤੂੰ ਅਭਿਆਸ ਕਰਦਾ ਹੈ, ਕਿੰਨੇ ਵਜੇ ਤੂੰ ਉੱਠਦਾ ਹੈ, ਅੰਮ੍ਰਿਤ ਵੇਲੇ ਉੱਠਣ ਦੀ ਤੇਰੇ ਤੇ ਬਖਸ਼ਿਸ਼ ਹੈ, ਤੇਰੇ ਤੇ ਕਿਰਪਾ ਹੈ ਸਤਿਗੁਰਾਂ ਦੀ, ਤੂੰ ਅਭਿਆਸੀ ਹੈ, ਫਿਰ ਦੂਸਰਿਆਂ ਨੂੰ ਨਾ ਦੱਸ। ਸਿਮਰਨ ਕਰਦਾ ਹੈ, ਕਹਿਣ ਲੱਗੇ ਆਪਣੇ ਆਪ ਵਾਸਤੇ ਕਰਨਾ। ਤੇਰਾ ਜਿਹੜਾ ਜੀਵਨ ਹੈ, ਤੇਰੇ ਜੀਵਨ ਦਾ ਆਧਾਰ ਹੈ ਸਤਿਗੁਰਾਂ ਦੀ ਪਵਿੱਤਰ ਬਾਣੀ, ਪਰਮੇਸ਼ਰ ਦਾ ਨਾਮ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਤੇਰੇ ਜੀਵਨ ਦਾ ਆਸਰਾ ਆਧਾਰ ਪਰਮੇਸ਼ਰ ਦਾ ਨਾਮ। ਕਿੰਨਾ ਕੁ ਅਭਿਆਸੀ ਹੈ, ਕਿੰਨੇ ਵਜੇ ਉੱਠਦਾ ਹੈ, ਕਿੰਨੀ ਬਾਣੀ ਪੜ੍ਹਦਾ ਹੈ, ਸਹਿਜ ਪਾਠ ਕਰਦਾ ਹੈ, ਉਹ ਤੇਰਾ ਆਪਣੇ ਵਾਸਤੇ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿੰਨਾ ਤੂੰ ਅਭਿਆਸ ਕਰਦਾ ਹੈ ਉਹਨੂੰ ਗੁਪਤ ਰੱਖਣਾ ਹੈ, ਗਾ ਕੇ ਨਹੀਂ ਸੁਣਾਉਣਾ ਵੀ ਮੈਂ ਇੰਨਾ ਅਭਿਆਸ ਕਰਦਾ, ਮੈਂ ਇੰਨੇ ਵਜੇ ਉੱਠਦਾ ਹੈ, ਇੰਨੀ ਬਾਣੀ ਪੜ੍ਹ ਲੈਂਦਾ ਹੈ, ਇੰਨਾ ਮੈਂ ਸਹਿਜ ਪਾਠ ਕਰ ਲੈਂਦਾ। ਮਹਾਰਾਜ ਜੀ ਕਹਿੰਦੇ ਭਾਈ ਜੋ ਕਰਦਾ ਹੈ ਆਪਣੇ ਵਾਸਤੇ ਕਰਦਾ ਹੈ ਔਰ ਉਹ ਛੁਪਾ ਕੇ ਕਰਿਆ ਕਰ, ਪਰਮੇਸ਼ਰ ਦੀ ਖੁਸ਼ੀ ਲਿਆ ਕਰ। ਸਮਤਾ ਨਿਤ ਸਭਨ ਕੋ ਹੀਰੈ। ਸਭਨਾਂ ਨੂੰ ਸਮਦ੍ਰਿਸ਼ਟੀ ਦੁਆਰਾ ਦੇਖਣਾ। ਭਾਈ ਕਨ੍ਹਈਆ ਜੀ ਦੀ ਤਰ੍ਹਾਂ ਸਭਨਾਂ ਨੂੰ ਪਾਣੀ ਪਿਆਈ ਜਾਂਦੀ, ਦੇਖਣਾ ਸਭਨਾਂ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ। ਸਭਨਾਂ ਨੂੰ ਕਹਿਣ ਲੱਗੇ ਸਮਦ੍ਰਿਸ਼ਟੀ ਦੁਆਰਾ ਦੇਖਣਾ ਹੈ। ਨਿਆਏ ਸਮੈ ਕੁਛ ਪਛ ਨਾ ਟੇਰੈ। ਔਰ ਜਦੋਂ ਨਿਆਂ ਕਰਨਾ, ਜੇ ਤੇਰੇ ਕੋਲ ਨਿਆਂ ਕਰਨ ਦੀ ਕਲਾ ਪਰਮੇਸ਼ਰ ਨੇ ਤੈਨੂੰ ਇਹ ਦਰਜਾ ਦਿੱਤਾ ਹੈ, ਕਹਿਣ ਲੱਗੇ ਫਿਰ ਪੱਖ ਨਹੀਂ ਕਰਨਾ ਚਾਹੀਦਾ ਨਿਆਂ ਕਰਨ ਵੇਲੇ। ਜਦੋਂ ਤੂੰ ਨਿਆਇਕ ਹੈ, ਜਦੋਂ ਤੂੰ ਨਿਆਂ ਕਰਦਾ ਹੈ, ਤੈਨੂੰ ਅਹੁਦਾ ਦਿੱਤਾ ਹੈ ਪਰਮੇਸ਼ਰ ਨੇ, ਨਿਆਂ ਕਰਦੇ ਸਮੇਂ ਕਹਿਣ ਲੱਗੇ ਪੱਖ ਨਹੀਂ ਫੋਰਨਾ ਚਾਹੀਦਾ, ਇੱਕ ਪੱਖ ਜਿਹੜਾ ਹੈ ਉਹ ਨਹੀਂ ਰੱਖਣਾ ਚਾਹੀਦਾ। ਦੋਨਾਂ ਪੱਖਾਂ ਦੀ ਸੁਣ ਕਰਕੇ ਜੋ ਸੱਚਾ ਨਿਆਂ ਹੈ, ਸੱਚਾ ਨਿਆਂ ਕਰਨਾ ਚਾਹੀਦਾ ਹੈ। ਭੋਗਣ ਕੀ ਕੀਰਤ ਨਾ ਕੀਜੈ। ਜੋ ਤੂੰ ਭੋਗ ਰਿਹਾ ਹੈ, ਜੋ ਭੋਗਿਆ ਹੈ, ਕਹਿਣ ਲੱਗੇ ਉਹ ਗਾ ਕੇ ਨਹੀਂ ਸੁਣਾਉਣਾ ਜੋ ਭੋਗਦਾ ਹੈ। ਖਾਣਾ ਪਾਨ ਮੈਂ ਥਿਤ ਮਨ ਭੀਜੈ। ਖਾਣ ਪੀਣ ਦੇ ਵਿੱਚ ਜਿਹੜਾ ਮਨ ਹੈ, ਕਹਿਣ ਲੱਗੇ ਇਹਦੇ ਵਿੱਚ ਹੀ ਨਾ ਭਿੱਜਿਆ ਰਹੇ। ਮਨ ਨੂੰ ਸਥਿਰ ਰੱਖਣਾ ਹੈ, ਸੰਕੋਚ ਕੇ ਰੱਖਣਾ ਹੈ, ਜੀਵਨ ਤੇਰਾ ਸੰਤੋਖੀ ਹੋਵੇ। ਸੋਦਾ ਹਾਰ ਬਿਹਾਰ ਜੋ ਸੋਦਾ। ਜਿਨ੍ਹਾਂ ਦਾ ਵਿਵਹਾਰ ਸੁੱਧਾ ਹੈ, ਜਿਨ੍ਹਾਂ ਦਾ ਆਚਰਣ ਸ਼ੁੱਧ ਹੈ, ਜਿਹੜੇ ਰਹਿਤ ਵਿੱਚ ਪਰਪੱਕ ਹਨ, ਜਿਨ੍ਹਾਂ ਦਾ ਵਿਵਹਾਰ ਸਭਨਾਂ ਦੇ ਨਾਲ ਚੰਗਾ ਹੈ, ਲੈਣ ਦੇਣ ਚੰਗਾ ਹੈ, ਆਪਣੇ ਆਸ ਪਾਸ ਦਾ ਵਿਵਹਾਰ ਚੰਗਾ ਹੈ, ਜਿਨ੍ਹਾਂ ਦਾ ਆਚਾਰ ਚੰਗਾ ਹੈ, ਪਰਿਵਾਰ ਦੇ ਵਿੱਚ ਆਚਾਰ ਸੁੱਧ ਹੈ, ਕਹਿਣ ਲੱਗੇ ਆਪਣਾ ਆਚਾਰ ਔਰ ਆਪਣਾ ਵਿਵਹਾਰ ਜਿਨ੍ਹਾਂ ਦਾ ਸ਼ੁੱਧ ਹੈ। ਕਰਤ ਰਹਿ ਸਿੱਖ ਘਰ ਤਨ ਰੁੱਧਾ। ਔਰ ਸਦਾ ਹੀ ਸਿੱਖ ਨੇ ਇਸੇ ਤਰ੍ਹਾਂ ਆਪਣੇ ਨਿਜ ਦਾ ਅਭਿਆਸੀ ਹੋਣਾ ਹੈ। ਦੋਹਰਾ ਧਿਆਨ ਸਿੰਘ ਗੁਰ ਸ਼ਬਦ ਪਰ, ਦੀਨਾ ਸਭ ਘਰ ਵੇਚ।
ਜਿਹੜੇ ਆਚਾਰ ਔਰ ਵਿਵਹਾਰ ਦੇ ਅਭਿਆਸੀ ਹੋ ਗਏ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਘਰੇ ਕਦੇ ਵੀ ਧਨ ਦੀ ਕਮੀ ਨਹੀਂ ਆਉਂਦੀ। ਜਿਨ੍ਹਾਂ ਦਾ ਆਚਾਰ ਸ਼ੁੱਧ ਹੈ, ਜਿਨ੍ਹਾਂ ਦਾ ਵਿਵਹਾਰ ਸ਼ੁੱਧ ਹੈ, ਉਹਨਾਂ ਦੇ ਘਰੇ ਕਿਸੇ ਵੀ ਵਸਤੂ ਦੀ ਕਮੀ ਨਹੀਂ। ਉਹਨਾਂ ਦਾ ਘਰ ਜਿਹੜਾ ਹੈ ਉਹ ਸਵਰਗ ਬਣ ਜਾਂਦਾ ਹੈ। ਜਿਨ੍ਹਾਂ ਦੀ ਬਿਰਤੀ ਜਿਹੜੀ ਹੈ ਸਮਦ੍ਰਿਸ਼ਟੀ ਹੋ ਜਾਂਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦਿਆਂ ਭਾਈ ਧਿਆਨ ਸਿੰਘ ਸਤਿਗੁਰਾਂ ਦੇ ਸਨਮੁਖ ਬੈਠਾ ਹੈ। ਔਰ ਜਦੋਂ ਭਾਈ ਹਰਗੋਪਾਲ ਭਾਈ ਵਿਸ਼ੰਬਰ ਦਾਸ ਜੀ ਦੇ ਪੁੱਤਰ ਵਾਪਸ ਜਾਂਦੇ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ, ਭਾਈ ਧਿਆਨ ਸਿੰਘ ਦੇ ਕੋਲ ਮਾਜਰੀ ਪਿੰਡ ਵਿਖੇ ਉਹਨਾਂ ਨੇ ਰਾਤ ਕੱਟੀ। ਉਹਨਾਂ ਨੇ ਆਪਣੇ ਜੀਵਨ ਦੀ ਜਿਹੜੀ ਦਸ਼ਾ ਸੀ ਭਾਈ ਧਿਆਨ ਸਿੰਘ ਜੀ ਦੇ ਨਾਲ ਉਹ ਹਾਲਾਤ ਜਿਹੜੇ ਸਨ ਉਹ ਸਾਂਝੇ ਕੀਤੇ। ਗੁਰੂ ਸਾਹਿਬ ਜੀ ਦੇ ਅੱਗੇ ਮੈਂ ਇੰਨੀ ਮਾਇਆ ਰੱਖੀ ਔਰ ਸਤਿਗੁਰਾਂ ਨੇ ਮੈਨੂੰ ਕੀ ਦਿੱਤਾ? ਕੇਵਲ ਇੱਕ ਕੜਾ ਤੇ ਆ ਬਚਨ, ਸਤਿਗੁਰਾਂ ਦਾ ਉਹ ਪਵਿੱਤਰ ਬਚਨ, ਸਤਿਗੁਰਾਂ ਦਾ ਸ਼ਬਦ। ਔਰ ਉਹ ਜਿਹੜਾ ਸ਼ਬਦ ਸੀ ਭਾਈ ਧਿਆਨ ਸਿੰਘ ਜੀ ਨੇ ਕਿਹਾ, ਭਾਈ ਜਿਹੜੇ ਸਤਿਗੁਰਾਂ ਨੇ ਤੈਨੂੰ ਬਚਨ ਦਿੱਤੇ ਨੇ, ਗੁੱਸੇ ਕਾਹਨੂੰ ਹੁੰਦਾ ਹੈ? ਇਸ ਕਰਕੇ ਆ ਜਿਹੜੇ ਬਚਨ ਨੇ ਉਹ ਮੈਨੂੰ ਦੇ ਦੇ, ਮਾਇਆ ਅਸੀਂ ਤੈਨੂੰ ਦੇ ਦਿੰਦੇ ਹਾਂ ਜਿੰਨੀ ਤੂੰ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਕੇ ਆਇਆ। ਭਾਈ ਧਿਆਨ ਸਿੰਘ ਜੀ ਨੇ ਉਹ ਬਚਨ ਜਿਹੜੇ ਸਨ ਭਾਈ ਹਰਗੋਪਾਲ ਤੋਂ ਲੈ ਲਏ ਔਰ ਉਹਨਾਂ ਬਚਨਾਂ ਨੂੰ ਕਮਾਉਂਦੇ ਹਾਂ। ਬਚਨ ਤੇ ਭਾਈ ਧਿਆਨ ਸਿੰਘ ਜੀ ਨੇ ਭਰੋਸਾ ਕੀਤਾ। ਗੁਰ ਸ਼ਬਦ ਪਰ ਦੀਨਾ ਸਭ ਘਰ ਵੇਚ, ਸਾਰਾ ਕੁਝ ਵੇਚ ਕੇ ਜੋ ਵਸਤੂ ਸੀ 600 ਰੁਪਈਆ ਜਿਹੜਾ ਸੀ ਭਾਈ ਧਿਆਨ ਸਿੰਘ ਨੇ ਉਸ ਵੇਲੇ ਇਕੱਠਾ ਕੀਤਾ ਔਰ ਭਾਈ ਹਰਗੋਪਾਲ ਨੂੰ ਦਿੱਤਾ ਉਹ ਮਾਇਆ ਇਕੱਠੀ ਕਰਕੇ, ਕਿਉਂਕਿ ਸ਼ਬਦ ਤੇ ਭਰੋਸਾ ਰੱਖਿਆ ਭਾਈ ਧਿਆਨ ਸਿੰਘ ਜੀ। ਇਸ ਕਰਕੇ ਸ਼ਬਦ ਕਰਕੇ, ਸ਼ਬਦ ਤੇ ਵਿਸ਼ਵਾਸ ਕਰਕੇ, ਗੁਰੂ ਬਚਨਾਂ ਤੇ ਭਰੋਸਾ ਕਰਦਿਆਂ ਆਪਣੇ ਘਰ ਮਾਲ ਧਨ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ, ਸਭ ਕੁਝ ਵੇਚ ਦਿੱਤਾ ਹੈ। ਪਾਸ ਹੀ ਬੈਠਾ ਪੁੱਛਿਆ, ਕਉ ਸਿੱਖਾ ਤੋ ਚੇਤ। ਪਾਸ ਹੀ ਬੈਠਾ ਸੀ, ਮਹਾਰਾਜ ਜੀਆਂ ਦੇ ਕੋਲ ਬੈਠਾ ਔਰ ਸਤਿਗੁਰੂ ਜੀ ਪੁੱਛਦੇ, ਭਾਈ ਸਿੱਖਾ ਕਿਵੇਂ ਹੈ? ਤੇਰਾ ਚੇਤਾ ਕੀ ਕਹਿੰਦਾ ਹੈ? ਤੇਰੇ ਮਨ ਵਿੱਚ ਕੀ ਗੱਲ ਹੈ? ਧਿਆਨ ਸਿੰਘ ਸੋ ਗੁਰ ਸ਼ਬਦ ਸੁਣ, ਬੋਲਾ ਬਚਨ ਰਸਾਲ। ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਧਿਆਨ ਸਿੰਘ ਰਸ ਵਿੱਚ ਭਿੱਜਿਆ ਹੋਇਆ ਹੈ, ਕਿਉਂਕਿ ਗੁਰੂ ਬਚਨਾਂ ਤੇ ਭਰੋਸਾ ਹੈ ਔਰ ਬੜੇ ਪ੍ਰੇਮ ਸਹਿਤ ਮਹਾਰਾਜ ਜੀਆਂ ਨੂੰ ਕਹਿੰਦਾ ਹੈ, ਮੇਰੀ ਸਿੱਖੀ ਦ੍ਰਿੜ ਪਈ, ਸਤਿਗੁਰ ਹੋਏ ਕਿਰਪਾਲ। ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਦੁਆਰਾ ਮੇਰੀ ਸਿੱਖੀ ਜਿਹੜੀ ਹੈ ਉਹ ਦ੍ਰਿੜ ਹੋਈ। ਮੇਰੇ ਹਿਰਦੇ ਅੰਦਰ ਦ੍ਰਿੜਤਾ, ਤੁਹਾਡੇ ਬਚਨਾਂ ਤੇ ਭਰੋਸਾ, ਕਿਉਂਕਿ ਗੁਰੂ ਬਚਨਾਂ ਤੇ ਭਰੋਸਾ ਕਰਨਾ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਜੇ ਸਤਿਗੁਰੂ ਕਿਰਪਾਲ ਹੋਣ, ਕਿਰਪਾ ਤੋਂ ਬਿਨਾਂ ਕਹਿਣ ਲੱਗੇ ਸਤਿਗੁਰੂ ਜੀ ਤੁਹਾਡੇ ਬਚਨਾਂ ਤੇ ਭਰੋਸਾ ਵੀ ਨਹੀਂ ਹੋ ਸਕਦਾ, ਜੇ ਤੁਹਾਡੀ ਕਿਰਪਾ ਹੋਈ ਤਾਂ ਹੀ ਮੈਨੂੰ ਵਿਸ਼ਵਾਸ ਬਣਿਆ ਹੈ। ਜਾਂ ਦਿਨ ਸੌਦਾ ਹਮ ਕੀਆ, ਸੁਣੀਏ ਸ਼੍ਰੀ ਪ੍ਰਭ ਦਿਆਲ। ਦਿਆਲੂ ਪ੍ਰਭੂ ਜੀ ਸੁਣੋ, ਜਦੋਂ ਅਸੀਂ ਸੌਦਾ ਕੀਤਾ ਭਾਈ ਹਰਗੋਪਾਲ ਦੇ ਨਾਲ, ਬਚਨ ਅਸੀਂ ਲੈ ਲਿਆ ਔਰ ਧਨ ਜਿਹੜਾ ਸੀ ਇਹਨਾਂ ਨੂੰ ਦੇ ਦਿੱਤਾ ਔਰ ਇਹ ਲਾਹੇ ਵਾਲਾ ਸੌਦਾ ਜਿਹੜਾ ਜਦੋਂ ਮੈਂ ਕੀਤਾ ਹੈ। ਹਰਗੋਪਾਲ ਵੇਚਤ ਪਿਓ, ਮੋਕੋ ਕਿਓ ਨਿਹਾਲ। ਭਾਈ ਹਰਗੋਪਾਲ ਨੇ ਬਚਨ ਮੈਨੂੰ ਵੇਚਿਆ ਔਰ ਮੈਂ ਤਾਂ ਨਿਹਾਲ ਹੋ ਗਿਆ। ਮੇਰਾ ਜੀਵਨ ਜਿਹੜਾ ਸੀ ਉਹ ਧਨਤਾ ਜੋਗ ਹੋ ਗਿਆ। ਚੌਪਾਈ ਸਪਤ ਦਿਵਸ ਪੀਛੇ ਮੈਂ ਗਇਓ। 7 ਦਿਨ ਬਾਅਦ, ਹਫ਼ਤੇ ਕੁ ਬਾਅਦ ਮੈਂ ਆਪਣਾ ਜੋਗ ਲੈ ਕਰਕੇ, ਬਲਦ ਲੈ ਕਰਕੇ
ਜੋੜੀ ਲੈ ਕਰਕੇ ਮੈਂ ਖੇਤ ਨੂੰ ਗਿਆ ਹਾਂ। ਖੇਤ ਵਿਖੇ ਹਲ ਜੋੜਤ ਭਇਓ। ਜਾ ਕੇ ਮੈਂ ਆਪਣੇ ਖੇਤ ਵਿੱਚ ਹਲ ਜੋੜਿਆ ਹੈ। ਕਾਢਿਓ ਬਾਹਤ ਜਬ ਸਿਆਰ। ਔਰ ਜਦੋਂ ਮੈਂ ਹਲ ਵਾਹੁਣ ਲੱਗਿਆ ਸਿਆੜ ਕੱਢਿਆ ਹੈ। ਧਨ ਪ੍ਰਾਪਤ ਮੁਝ ਕਈ ਹਜ਼ਾਰ। ਸਤਿਗੁਰੂ ਜੀ ਮੈਨੂੰ ਕਈ ਹਜ਼ਾਰ ਜਿਹੜਾ ਧਨ ਸੀ ਉਹ ਪ੍ਰਾਪਤ ਹੋਇਆ ਹੈ। ਜਦੋਂ ਹਲ ਦਾ ਫਾਲਾ ਧਰਤੀ 'ਚ ਗਿਆ ਔਰ ਹਲ ਦੇ ਫਾਲੇ ਦੇ ਦੁਆਰਾ ਦੱਬਿਆ ਹੋਇਆ ਧਨ ਜਿਹੜਾ ਸੀ ਉਹ ਉੱਪਰ ਆਇਆ। ਭਾਈ ਧਿਆਨ ਸਿੰਘ ਨੇ ਦੇਖਿਆ ਮਹਾਰਾਜ ਕਈ ਹਜ਼ਾਰ ਧਨ ਜਿਹੜਾ ਸੀ ਉਹ ਮੈਨੂੰ ਪ੍ਰਾਪਤ ਹੋਇਆ ਹੈ। ਹਿਰਦੇ ਹਰਖਿਓ ਲੀਨ ਖਜ਼ਾਨਾ। ਹਿਰਦਾ ਬੜਾ ਖੁਸ਼ ਹੋਇਆ ਔਰ ਇਹ ਜਿਹੜਾ ਖਜ਼ਾਨਾ ਸੀ ਮੈਂ ਲਿਆ ਹੈ। ਗੁਰ ਮਹਿਮਾ ਪਰ ਮਨ ਠਹਿਰਾਨਾ। ਸਤਿਗੁਰੂ ਇਹ ਤੁਹਾਡੀ ਮਹਿਮਾ ਸੀ, ਤੁਹਾਡਾ ਪ੍ਰਤਾਪ ਸੀ। ਤੁਹਾਡੇ ਬਚਨਾਂ ਤੇ ਭਰੋਸਾ ਕੀਤਾ। ਇਹ ਤੁਹਾਡੀ ਮਹਿਮਾ, ਤੁਹਾਡਾ ਪ੍ਰਤਾਪ, ਕਲਾ ਤੁਹਾਡੀ ਵਰਤੀ ਹੈ। ਘਰ ਮੈਂ ਆਏ ਕੜਾ ਗੁਰ ਦਿਨਾ। ਘਰ ਵਿਖੇ ਆ ਕਰਕੇ ਮੈਂ ਸ਼ੁਕਰਾਨਾ ਕੀਤਾ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ, ਅਰਦਾਸ ਕੀਤੀ ਹੈ। ਭੋਜਨ ਸਿੱਖ ਅਥਿਤਨ ਕੀਨਾ। ਔਰ ਫਿਰ ਗੁਰਸਿੱਖਾਂ ਨੂੰ ਘਰੇ ਬੁਲਾ ਕੇ ਭੋਜਨ ਛਕਾਇਆ। ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ, ਲੰਗਰ ਛਕਾਇਆ ਹੈ। ਗੁਰੂ ਦਸੌਂਦ ਗੁਰ ਕੇ ਘਰ ਆਨਾ। ਸਤਿਗੁਰੂ ਜੀ ਫਿਰ ਮੈਂ ਆਹ ਦਸਵੰਧ ਦੀ ਮਾਇਆ ਆਪ ਜੀ ਦੇ ਪਾਸ ਲੈ ਕਰਕੇ ਆਇਆ ਹਾਂ। ਗੁਰ ਸਨਮੁਖ ਧਨ ਕੀ ਨਾ ਬਿਡਾਨਾ। ਔਰ ਸਤਿਗੁਰੂ ਜੀ ਦੇ ਸਨਮੁਖ ਭਾਈ ਧਿਆਨ ਸਿੰਘ ਜੀ ਨੇ ਉਹ ਧਨ ਰੱਖਿਆ ਹੈ। ਤੁਮਰੀ ਵਸਤ ਕਹੋ ਸੋ ਕਰੋ। ਸਤਿਗੁਰੂ ਜੀ ਧਨ ਜਿਹੜਾ ਹੈ ਉਹ ਆਪ ਜੀ ਦੀ ਵਸਤੂ ਹੈ, ਤੁਹਾਡੀ ਕਿਰਪਾ ਦੁਆਰਾ ਮਿਲਿਆ। ਧਨ ਮਹਾਰਾਜ ਤੁਹਾਡਾ ਹੈ। ਜਿਵੇਂ ਆਪ ਜੀ ਕਹੋ ਮਹਾਰਾਜ ਮੈਂ ਉਸੇ ਤਰ੍ਹਾਂ ਹੀ ਕਰਾਂ। ਖਰਚੋਂ ਕਹਿ ਕੇ ਠਾਂ ਧਨ ਧਰੋ। ਕੀ ਮਹਾਰਾਜ ਉਹ ਜਿਹੜਾ ਧਨ ਮੈਨੂੰ ਲੱਭਿਆ ਹੈ ਕੀ ਮੈਂ ਖਰਚ ਸਕਦਾ, ਜਾਂ ਉਸੇ ਤਰ੍ਹਾਂ ਹੀ ਮੈਂ ਧਰਤੀ ਵਿੱਚ ਰੱਖ ਦਿਆਂ। ਜਿਵੇਂ ਆਪ ਜੀ ਦੀ ਆਗਿਆ ਹੋਵੇ ਮੈਂ ਉਸੇ ਤਰ੍ਹਾਂ ਹੀ ਕਰਾਂ। ਸੌਦਾ ਸਤਿਗੁਰ ਤੇ ਇਹ ਆਇਓ। ਇਹ ਸੌਦਾ ਜਿਹੜਾ ਸਤਿਗੁਰੂ ਜੀ ਤੁਹਾਡੀ ਕਿਰਪਾ ਦੁਆਰਾ ਬਣਿਆ। ਮਹਾਰਾਜ ਦਇਆਲ ਆਪ ਜੀ ਹੋਏ ਹੋ, ਕਿਰਪਾ ਤੁਹਾਡੀ ਹੋਈ ਹੈ। ਇਹ ਸੌਦਾ ਤਾਂ ਹੋਇਆ ਹੈ। ਗੁਰੂ ਦਸੌਂਦ ਮੈਂ ਆਨ ਚੜਾਇਓ। ਔਰ ਜਿਹੜਾ 10ਵਾਂ ਹਿੱਸਾ ਸੀ ਦਸਵੰਧ ਦੀ ਮਾਇਆ ਸਤਿਗੁਰੂ ਜੀ ਆਪ ਜੀ ਦੇ ਸਨਮੁਖ ਮੈਂ ਭੇਟ ਕੀਤੀ ਹੈ। ਮਸਤਕ ਟੇਕ ਗਿਓ ਮੈਂ ਤਬੈ। ਸਤਿਗੁਰੂ ਜੀ ਆਪ ਜੀ ਦੇ ਚਰਨਾਂ 'ਚ ਦਸਵੰਧ ਦੀ ਮਾਇਆ ਮੈਂ ਮੱਥਾ ਟੇਕੀ ਹੈ। ਉਚਿਤ ਕਰਮ ਮੈਂ ਧਨ ਦੈ ਸਭੈ। ਸਤਿਗੁਰੂ ਜੀ ਆ ਜਿਹੜਾ ਧਨ ਹੈ ਉਚਿਤ ਕਰਮ ਵਾਸਤੇ ਮਹਾਰਾਜ ਜਿਵੇਂ ਆਪ ਜੀ ਦੀ ਆਗਿਆ ਹੋਵੇ। ਭਲੋ ਬਿਓਏ ਸਿੱਖ ਹੈ ਸਨਮੁਖ। ਬਹੁਤ ਸਾਰੇ ਸਿੱਖ ਮਹਾਰਾਜਿਆਂ ਦੇ ਸਨਮੁਖ ਬੈਠੇ ਹਨ। ਭਾਈ ਧਿਆਨ ਸਿੰਘ, ਭਾਈ ਹਰਗੋਪਾਲ, ਭਾਈ ਵਿਸ਼ੰਬਰ ਦਾਸ, ਉਹਨਾਂ ਦਾ ਪਰਿਵਾਰ ਸਤਿਗੁਰਾਂ ਦੇ ਸਨਮੁਖ ਬੈਠੇ ਹਨ। ਸ਼ਰਣੀ ਤੁਮਰੀ ਆਇਓ ਗੁਰਮੁਖ। ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਕਿਉਂਕਿ ਧੰਨ ਆਪ ਜੀ ਦੀ ਕਿਰਪਾ ਦੁਆਰਾ ਮਿਲਿਆ। ਇਸ ਕਰਕੇ ਜਿਵੇਂ ਆਪ ਜੀ ਦੀ ਰਜ਼ਾ ਹੋਵੇ ਮੈਂ ਆਪ ਜੀ ਦੀ ਰਜ਼ਾ ਅਨੁਸਾਰ ਉਹ ਧਨ ਜਿਹੜਾ ਹੈ ਉਹ ਵਰਤਣਾ ਚਾਹੁੰਦਾ ਹਾਂ। ਸੁਨ ਸਤਿਗੁਰੂ ਸ਼੍ਰੀ ਮੁਖ ਤੇ ਕਹਿਓ। ਸੁਣ ਕਰਕੇ ਭਾਈ ਧਿਆਨ ਸਿੰਘ ਦੀ ਬੇਨਤੀ ਸਤਿਗੁਰੂ ਜੀ ਪਾਵਨ ਮੁਖ ਤੋਂ ਬਚਨ ਕਰਦੇ ਹਨ। ਧਿਆਨ ਸਿੰਘ ਸਿੱਖ ਸਿੱਧਕੀ ਲੈ ਹੋ। ਭਾਈ ਧਿਆਨ ਸਿੰਘ ਸਾਡਾ ਸਿੱਧਕੀ ਸਿੱਖ ਹੈ। ਅਸੀਂ ਜਾਣਿਆ
ਭਾਈ ਧਿਆਨ ਸਿੰਘ ਨੇ ਸਿਦਕ ਰੱਖਿਆ, ਗੁਰੂ ਬਚਨਾਂ ਤੇ ਭਰੋਸਾ ਰੱਖਿਆ, ਕਿਉਂਕਿ ਆਸ ਸੀ ਸਤਿਗੁਰਾਂ ਦਾ ਬਚਨ ਜਦੋਂ ਹਿਰਦੇ ਅੰਦਰ ਵਸ ਜਾਏ ਗੁਰੂ ਬਚਨ ਤਾਰ ਦਿੰਦੇ ਹਨ। ਇਸ ਕਰਕੇ ਸਤਿਗੁਰਾਂ ਦੇ ਬਚਨ ਭਾਈ ਧਿਆਨ ਸਿੰਘ ਜੀ ਨੇ ਆਪਣੀ ਝੋਲੀ ਵਿੱਚ ਪਵਾ ਲਏ। ਮਹਾਰਾਜ ਜੀ ਕਹਿੰਦੇ ਭਾਈ ਧਿਆਨ ਸਿੰਘ ਨੇ ਬਚਨਾਂ ਤੇ ਭਰੋਸਾ ਰੱਖਿਆ ਹੈ। ਸਤਿਗੁਰਾਂ ਨੇ ਚਰਨ ਪਾਹੁਲ ਦਿੱਤੀ। ਉਦੋਂ ਮਹਾਰਾਜ ਜੀ ਸਿੱਖ ਬਣਾਉਂਦੇ ਸਨ ਚਰਨ ਪਾਹੁਲ ਦੇ ਕਰਕੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਜੋ ਛਾਪ ਸੀ ਉਹ ਸਹਿਜ ਧਾਰੀ ਸਿੱਖਾਂ ਦੀ ਹੈ। ਖੰਡੇ ਪਾਹਲ ਹਤਨ ਕੋ ਤੁਰਕਨ ਸਿੰਘਣ ਥਾਪ। ਔਰ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਚਰਨ ਪਾਹੁਲ ਤੋਂ ਫਿਰ ਖੰਡੇ ਬਾਟੇ ਦੀ ਪਾਹੁਲ, ਸਤਿਗੁਰਾਂ ਨੇ ਖੰਡੇ ਬਾਟੇ ਦੀ ਪਾਹੁਲ ਦਿੱਤੀ, ਅੰਮ੍ਰਿਤ ਦੀ ਦਾਤ ਮਹਾਰਾਜ ਜੀਆਂ ਨੇ। ਫਿਰ ਸਤਿਗੁਰਾਂ ਨੇ ਸਿੱਖ ਤੋਂ ਸਿੰਘ ਬਣਾ ਦਿੱਤਾ। ਔਰ ਸਿੰਘ ਜਿਹੜਾ ਹੈ ਮਹਾਰਾਜ ਜੀ ਕਹਿੰਦੇ ਤੁਰਕਾਂ ਦਾ ਸੰਘਾਰ ਕਰਨ ਵਾਸਤੇ, ਤੁਰਕਾਂ ਦਾ ਨਾਸ਼ ਕਰਨ ਵਾਸਤੇ, ਜ਼ੁਲਮ ਦੀ ਜੜ ਪੱਟਣ ਵਾਸਤੇ ਸਿੰਘ ਹਮੇਸ਼ਾ ਤਤਪਰ ਰਹਿੰਦਾ ਹੈ। ਔਰ ਸਤਿਗੁਰਾਂ ਨੇ ਫਿਰ ਸਹਿਜ ਧਾਰੀ ਤੋਂ ਗੁਰਸਿੱਖਾਂ ਨੂੰ ਫਿਰ ਸਿੰਘ ਬਣਾ ਦਿੱਤਾ ਹੈ। ਚੌਪਾਈ ਸਿੱਧਕੀ ਸਿੱਖ ਹੱਦ ਤੂੰ ਮੇਰਾ। ਸਤਿਗੁਰੂ ਜੀ ਕਹਿੰਦੇ ਭਾਈ ਧਿਆਨ ਸਿੰਘ ਤੂੰ ਸਾਡਾ ਸਿੱਧਕੀ ਸਿੱਖ ਹੈ। ਮੋਹ ਚਰਨਨ ਮੈਂ ਪ੍ਰੇਮ ਕਨੇਰਾ। ਔਰ ਤੇਰਾ ਸਾਡੇ ਚਰਨਾਂ ਨਾਲ ਘਨੇਰਾ ਪ੍ਰੇਮ ਹੈ, ਤੂੰ ਸਾਡਾ ਪ੍ਰੇਮੀ ਸਿੱਖ ਹੈ। ਮੁਸਕਾਵਤ ਮੁਖ ਬੋਰ ਉਚਾਰਾ। ਹੱਸਦਿਆਂ ਹੋਇਆਂ ਮਹਾਰਾਜ ਜੀ ਬਚਨ ਕਰਦੇ ਹਨ। ਧਿਆਨ ਸਿੰਘ ਤੂੰ ਸਿੱਖ ਹਮਾਰਾ। ਸਤਿਗੁਰੂ ਜੀ ਫੇਰ ਕਹਿੰਦੇ ਭਾਈ ਧਿਆਨ ਸਿੰਘ ਤੂੰ ਸਾਡਾ ਸਿੱਖ ਹੈ, ਸਾਡਾ ਸਿੱਧਕੀ ਸਿੱਖ ਹੈ। ਜੋ ਚਿਤ ਇੱਛਾ ਜਾਚੋ ਪਿਆਰੇ। ਜੋ ਤੇਰੇ ਚਿੱਤ ਵਿੱਚ ਇੱਛਾ ਹੈ ਮੰਗ ਲੈਣਾ ਕਰ, ਜਾਚਨਾ ਕਰ। ਸਿਦਕ ਬਚਨ ਕਾ ਪ੍ਰੇਮ ਉਦਾਰੇ। ਔਰ ਕਿਉਂਕਿ ਤੂੰ ਸਿਦਕੀ ਹੈ, ਪ੍ਰੇਮ ਸਹਿਤ ਜੋ ਤੇਰੀ ਭਾਵਨਾ ਹੈ ਉਹ ਸਾਨੂੰ ਕਹਿ ਦੇਣਾ ਕਰ। ਕਲਗੀ ਧਰਤੇ ਸੁਨ ਕਰ ਕਾਨਾ। ਕਲਗੀ ਧਰ ਸਤਿਗੁਰਾਂ ਦੇ ਪਾਵਨ ਬਚਨ ਸੁਣ ਕਰਕੇ ਭਾਈ ਧਿਆਨ ਸਿੰਘ ਫਿਰ ਬੇਨਤੀ ਕਰਦਾ ਹੈ। ਭਾਈ ਧਿਆਨ ਸਿੰਘ ਨੇ ਕਿਹਾ ਮਹਾਰਾਜ ਹੁਣ ਤਾਂ ਆਪ ਜੀ ਹੋ, ਤੁਸੀਂ ਇਹਨਾਂ ਸਿੱਖਾਂ ਨੂੰ ਬਚਾ ਲਿਆ। ਕਿਉਂਕਿ ਭਾਵੇਂ ਡੋਲ ਗਿਆ ਸੀ ਭਾਈ ਹਰਗੋਪਾਲ, ਬਿਸ਼ੰਬਰ ਦਾਸ ਆਪਣੇ ਪੁੱਤਰ ਨੂੰ ਫਿਰ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਲੈ ਕੇ ਆਇਆ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਖੰਡੇ ਬਾਟੇ ਦੀ ਪਾਹੁਲ ਦਿੱਤੀ ਭਾਈ ਹਰਗੋਪਾਲ ਨੂੰ। ਖੰਡੇ ਬਾਟੇ ਦੀ ਪਾਹੁਲ ਦੇ ਕਰਕੇ ਸਿੰਘ ਸਜਾ ਦਿੱਤਾ। ਔਰ ਉਸੇ ਤਰ੍ਹਾਂ ਗੁਰਸਿੱਖੀ ਦੀ ਦ੍ਰਿੜਤਾ ਜਿਹੜੀ ਸੀ ਉਹ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਆਉਣ ਵਾਲੇ ਸਮੇਂ ਅੰਦਰ ਇਸੇ ਤਰ੍ਹਾਂ ਆਪਣੇ ਸਿੱਖਾਂ ਤੇ ਇਹ ਕਿਰਪਾ ਬਣਾਈ ਰੱਖਿਓ। ਭਾਈ ਧਿਆਨ ਸਿੰਘ ਜੀ ਨੇ ਕੀ ਮੰਗਿਆ ਸਤਿਗੁਰਾਂ ਤੋਂ? ਆਹ ਬੇਨਤੀ ਭਾਈ ਧਿਆਨ ਸਿੰਘ ਜੀ ਕਰਦੇ। ਕੱਲ ਦੇ ਪ੍ਰਕਰਨ ਵਿੱਚ ਆਪਾਂ ਸਰਵਣ ਕਰਾਂਗੇ। ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ ਸਤਿਗੁਰੂ ਦੀ ਰਹਿਮਤ ਕਰਨ, ਸਾਡੇ ਹਿਰਦੇ ਅੰਦਰ ਵਸੇ, ਸਾਡਾ ਵੀ ਜੀਵਨ ਬਣੇ ਤਾਂ ਕਿ ਅਸੀਂ ਆਪਣਾ ਜੀਵਨ ਸਵਾਰ ਸਕੀਏ। ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ
ਚਾਹੋਏ ਹੋ, ਨਾਨਕ ਚਾਹੋਏ ਹੋ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਵਿਨਾਸ਼ੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਉਪਵੰਦਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਬਵੇਗ। ਹੇ ਅਪਰੰਪਰ ਹਰ ਹਰੇ। ਹੈ ਵੀ ਹੋਵਨ ਹਾਰ। ਹੇ ਸੰਤਾਂ ਕੈ ਸਦਾ ਸੰਗ, ਹੇ ਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ। ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਯਰ ਪਰੋਏ। ਆਏ ਪ੍ਰਭ ਸ਼ਰਨਾਗਤੀ। ਕਿਰਪਾ ਨਿਤ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ। ਗੁਰ ਪਾਰ ਉਤਾਰਨ ਹਾਰ। ਸਗਲ ਦੁਆਰ ਕਉ ਛਾੜ ਕੇ, ਗਇਓ ਤੁਹਾਰੋ ਦੁਆਰ। ਵਾਹਿ ਗਏ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕਉ ਛਾੜ ਕੇ, ਗਇਓ ਤੁਹਾਰੋ ਦੁਆਰ। ਵਾਹਿ ਗਏ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।